ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘਾਸਣ ਦੇ 6ਵੇਂ ਵਾਰਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਜਰਨੈਲਾਂ ਦੀ ਗਿਣਤੀ 'ਚੋਂ ਇੱਕ ਮਹਾਨ ਜਰਨੈਲ ਬਾਬਾ ਜੇਠਾ ਜੀ ਹੋਏ ਆ। ਇਹ ਉਹ ਬਾਬਾ ਜੇਠਾ ਜੀ ਨੇ ਜਿਨ੍ਹਾਂ ਨੇ ਕਾਫੀ ਸਮਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਬਤੀਤ ਕੀਤਾ ਹੈ। ਫਿਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੱਥੀਂ ਕਢਾਉਂਦੇ ਵੀ ਰਹੇ ਅਤੇ ਸਮਾਂ ਆਉਣ 'ਤੇ ਬਾਬਾ ਬੁੱਢਾ ਜੀ ਪਾਸੋਂ ਗੁਰਤਾ ਗੱਦੀ 'ਤੇ ਤਿਲਕ ਲਵਾ ਕੇ ਤੇ ਉਹਨਾਂ ਦੀ ਫੌਜ ਦੇ ਮਹਾਨ ਜਰਨੈਲ ਵੀ ਰਹੇ ਨੇ। ਚੰਦੂ ਦੇ ਨੱਕ ਵਿੱਚ ਰੱਸੀ ਪਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੀ ਜੇਲ੍ਹ 'ਚੋਂ ਰਿਹਾ ਕਰਵਾਉਣ ਲਈ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਦੀ ਹਿੱਕ 'ਤੇ ਚੜ੍ਹਨਾ, ਇਹ ਬਾਬਾ ਜੇਠਾ ਜੀ ਦੇ ਮਹਾਨ ਕਰਤੱਵ ਸਨ। ਉਹਨਾਂ ਦੇ ਪਿੰਡ ਹਿਲਦਰ ਵਿਖੇ ਕਾਫੀ ਸਮੇਂ ਬਾਅਦ ਇੱਕ ਮਹਾਨ ਮਹਾਂਪੁਰਖ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਬਾਬਾ ਹਜ਼ਾਰਾ ਸਿੰਘ ਜੀ ਸੀ। ਬਾਬਾ ਜੀ ਗੰਨੇ ਦਾ ਗੁੜ ਕੱਢ ਕੇ ਵੇਚਣ ਦਾ ਵੀ ਕੰਮ ਕਰਿਆ ਕਰਦੇ ਸਨ। ਉਹਨਾਂ ਦੀ ਧਰਮ ਪਤਨੀ ਮਾਤਾ ਗੁਰਨਾਮ ਕੌਰ ਜੀ ਬਹੁਤ ਹੀ ਸ਼ਾਂਤੀ ਸਰੂਪ ਅਤੇ ਸਿਮਰਨ ਬੰਦਗੀ ਕਰਨ ਵਾਲੇ ਸਨ। ਆਪ ਜੀ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ, ਇਸ ਕਰਕੇ ਔਲਾਦ ਦੀ ਪ੍ਰਾਪਤੀ ਲਈ ਆਪ ਜੀ ਬਾਬਾ ਬੁੱਢਾ ਜੀ ਦੇ ਅਸਥਾਨ ਗਏ ਅਤੇ ਪੁੱਤਰਾਂ ਦੀ ਪ੍ਰਾਪਤੀ ਮੰਗੀ ਅਤੇ ਆਖਿਆ, ਮੈਂ ਵੱਡਾ ਪੁੱਤਰ ਤੁਹਾਡੇ ਦਰ 'ਤੇ ਚੜ੍ਹਾਵਾਂਗੀ। ਫਿਰ ਸਮੇਂ ਅਨੁਸਾਰ ਪੁੱਤਰਾਂ ਦੀ ਪ੍ਰਾਪਤੀ ਹੋਈ ਅਤੇ ਵੱਡੇ ਪੁੱਤਰ ਦਾ ਨਾਮ ਬਾਬਾ ਮਨਜੀਤ ਸਿੰਘ ਜੀ ਰੱਖਿਆ ਗਿਆ। ਹੁਣ ਮਾਤਾ ਜੀ ਆਪਣੇ ਵੱਡੇ ਪੁੱਤਰ ਬਾਬਾ ਮਨਜੀਤ ਸਿੰਘ ਜੀ ਅਤੇ ਇੱਕ ਲਵੇਰੀ ਗਾਂ ਲੈ ਕੇ ਬਾਬਾ ਬੁੱਢਾ ਜੀ ਦੇ ਸਥਾਨ 'ਤੇ ਚੜ੍ਹਾਵੇ ਲਈ ਤੁਰੇ ਜਾ ਰਹੇ ਨੇ। ਤੁਰੇ ਜਾਂਦੇ ਜਾਂਦੇ ਬਾਬਾ ਮਨਜੀਤ ਸਿੰਘ ਜੀ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਬਾਬਾ ਬੁੱਢਾ ਜੀ, ਜੇ ਤੁਸੀਂ ਸਮਰੱਥ ਹੋ ਤਾਂ ਮੈਨੂੰ ਆਪਣੀ ਮਾਂ ਤੋਂ ਵੱਖ ਨਾ ਕਰਿਓ, ਮੇਰਾ ਮਾਂ ਤੋਂ ਬਿਨਾਂ ਦਿਲ ਨਹੀਂ ਲੱਗਣਾ। ਜਦ ਮਾਤਾ ਜੀ ਬਾਬਾ ਬੁੱਢਾ ਜੀ ਦੇ ਸਥਾਨ ਪਹੁੰਚ ਕੇ ਇਸ਼ਨਾਨ ਪਾਣੀ ਕੀਤਾ ਹੈ, ਪ੍ਰਸ਼ਾਦਾ ਛਕਿਆ ਹੈ, ਫਿਰ ਜੋ ਮਹਾਂਪੁਰਖ ਉਸ ਵਕਤ ਮੌਜੂਦ ਸਨ ਉਹਨਾਂ ਨਾਲ ਬਚਨ ਬਲਾਸ ਹੋਏ ਅਤੇ ਮਾਤਾ ਜੀ ਨੇ ਆਖਿਆ, ਮਹਾਰਾਜ ਜੀ, ਇਹ ਤੁਹਾਡੀ ਇਮਾਨਤ ਹੈ ਅਤੇ ਨਾਲ ਇੱਕ ਲਵੇਰੀ ਗਾਂ ਵੀ ਨਾਲ ਲੈ ਕੇ ਆਈ ਹੈ। ਤਾਂ ਉਸ ਵਕਤ ਮਹਾਂਪੁਰਖਾਂ ਨੇ ਆਖਿਆ, ਤੁਸੀਂ ਗਾਂ ਨੂੰ ਖੁਰਲੀ 'ਤੇ ਬੰਨ੍ਹ ਦਿਓ ਅਤੇ ਇਸ ਪੁੱਤਰ ਨੂੰ ਤੁਸੀਂ ਆਪਣੇ ਘਰ ਵਾਪਸ ਲੈ ਜਾਓ। ਸਮਾਂ ਆਉਣ 'ਤੇ ਗੁਰੂ ਨਾਨਕ ਸਾਹਿਬ ਇਹਨਾਂ 'ਤੇ ਕਿਰਪਾ ਕਰਨਗੇ। ਗੁਰੂ ਨਾਨਕ ਸਾਹਿਬ ਨੂੰ ਇਹਨਾਂ ਦੀ ਬਹੁਤ ਜ਼ਰੂਰਤ ਹੈ। ਹੁਣ ਮਾਤਾ ਜੀ ਬਾਬਾ ਮਨਜੀਤ ਸਿੰਘ ਜੀ ਨੂੰ ਆਪਣੇ ਘਰ ਵਾਪਸ ਲੈ ਆਏ। ਕਾਫੀ ਸਮੇਂ ਬਾਅਦ ਕੁਦਰਤ ਦਾ ਅਨੋਖਾ ਕਹਿਰ ਵਰਤਿਆ। ਬਾਬਾ ਹਜ਼ਾਰਾ ਸਿੰਘ ਜੀ ਜਿਸ ਚੁੱਲ੍ਹੇ ਦੇ ਹੇਠਾਂ ਅੱਗ ਬਾਲ ਕੇ ਗੁੜ ਕੱਢਦੇ ਸੀ, ਅੱਜ ਅੱਗ ਨਹੀਂ ਬਲਦੀ। ਬੜੇ ਯਤਨ ਕੀਤੇ ਗਏ ਅੱਗ ਬਾਲਣ ਦੇ, ਪਰ ਅੱਗ ਨਹੀਂ ਬਲੀ। ਅੱਗ ਨਾ ਬਲਣ 'ਤੇ ਰੋਹ ਢਿੱਲੀ ਪੈ ਜਾਂਦੀ ਸੀ ਤੇ ਗੁੜ ਨਹੀਂ ਸੀ ਬਣਦਾ। ਜਦ ਸਾਰੇ ਕੀਤੇ ਉਪਰਾਲੇ ਫੇਲ ਹੋ ਗਏ ਤਾਂ ਮਾਤਾ ਗੁਰਨਾਮ ਕੌਰ ਜੀ ਨੇ ਦੱਸਿਆ ਕਿ ਇੱਥੇ ਬਾਬਾ ਜੇਠਾ ਜੀ ਦਾ ਘਰ ਹੈ। ਇਹ ਉਹ ਬਾਬਾ ਜੇਠਾ ਜੀ ਹੈ ਜਿਸ ਦਾ ਇਤਿਹਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਦਾ ਹੈ। ਜਦ ਬਾਬਾ ਮਨਜੀਤ ਸਿੰਘ ਜੀ ਦੇ ਕੰਨਾਂ ਵਿੱਚ ਆਪਣੀ ਮਾਤਾ ਜੀ ਦੀ ਆਵਾਜ਼ ਪਈ ਤੇ ਬਾਬਾ ਜੀ ਕਹਿਣ ਲੱਗੇ, ਅੱਜ ਦੇਖ ਹੀ ਲੈਣਾ ਕੌਣ ਆ ਬਾਬਾ ਜੇਠਾ। ਆਪ ਜੀ ਉਸੇ ਸਮੇਂ ਬਾਲ ਰੂਪ ਭਾਵ ਕਿ ਛੋਟੀ ਉਮਰ ਦੇ ਸਨ ਤੇ ਉਸੇ ਹੀ ਸਮੇਂ ਚੌਂਕੜਾ ਲਗਾ ਕੇ ਬੈਠ ਗਏ ਅਤੇ ਪ੍ਰਭੂ ਦਾ ਸਿਮਰਨ ਕਰਨ ਲੱਗ ਪਏ। ਕੁਝ ਨਹੀਂ ਖਾਧਾ ਪੀਤਾ। ਕੁਝ ਸਮੇਂ ਬਾਅਦ ਬਹੁਤ ਹੀ ਮੀਂਹ, ਹਨੇਰੀ, ਤੂਫਾਨ ਆ ਗਿਆ ਅਤੇ ਆਪ ਜੀ ਆਪਣੀ ਸਮਾਧੀ ਵਿੱਚ ਲੀਨ ਰਹੇ। ਇੰਨੀ ਤੇਜ਼ ਤੂਫਾਨ ਸੀ ਕਿ ਪਿੰਡ 'ਚੋਂ ਕਿਸੇ ਦੀ ਜ਼ਰੂਰਤ ਨਹੀਂ ਸੀ ਜਾਂਦੀ ਕਿ ਕੋਈ ਇੱਕ ਥਾਂ 'ਚੋਂ ਦੂਜੀ ਥਾਂ 'ਤੇ ਜਾ ਸਕੇ, ਪਰ ਆਪ ਜੀ ਸਿਮਰਨ ਬੰਦਗੀ ਹੀ ਕਰਦੇ ਰਹੇ। ਕੁਝ ਨਹੀਂ ਖਾਧਾ ਪੀਤਾ। ਪਿੰਡ 'ਚੋਂ ਕਿਸੇ ਸਿਆਣੇ ਬਜ਼ੁਰਗ ਨੇ ਆਖਿਆ ਕਿ ਕੋਈ ਹਜ਼ਾਰੇ ਦੇ ਮੁੰਡੇ ਨੂੰ ਅੰਦਰ ਲੈ ਆਓ, ਤੂਫਾਨ ਬਹੁਤ ਤੇਜ਼ ਹੈ, ਐਵੇਂ ਕੋਈ ਅਬੀ ਨਬੀ ਹੋ ਜਾਏਗੀ।
ਪਰ ਕੋਈ ਵੀ ਆਪ ਜੀ ਦੀ ਸਮਾਧੀ ਭੰਗ ਨਾ ਕਰ ਸਕਿਆ। 3 ਦਿਨਾਂ ਬਾਅਦ ਇੱਕ ਰੋਸ਼ਨੀ ਪ੍ਰਗਟ ਹੋਈ। ਉਹ ਬਾਬਾ ਜੇਠਾ ਜੀ ਸੀ। ਉਹਨਾਂ ਨੇ ਦੱਸਿਆ ਕਿ ਇੱਥੇ ਮੇਰੀ ਬਾਉਲੀ ਹੈ। ਇੱਥੋਂ 2 ਨਾਲੀਆਂ ਨਿਕਲ ਕੇ ਸਰੋਵਰ ਵਿੱਚ ਜਾਂਦੀਆਂ ਨੇ। ਅੱਗੇ ਜੋ ਵਿਚਾਰਾਂ ਹੋਈਆਂ ਉਹ ਤਾਂ ਮਹਾਂਪੁਰਖ ਆਪ ਹੀ ਜਾਣਦੇ ਨੇ। ਜਦੋਂ ਸਰੋਵਰ ਦੀ ਖੁਦਾਈ ਹੋਈ, ਬਾਉਲੀ ਦੀ ਖੁਦਾਈ ਹੋਈ, ਜਲ ਪ੍ਰਗਟ ਹੋਇਆ ਅਤੇ ਬਾਬਾ ਮਨਜੀਤ ਸਿੰਘ ਜੀ ਨੇ ਸ਼ਬਦ ਪੜ੍ਹਿਆ, ਆਦਿ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਆਪ ਜੀ ਨੇ ਭੀ ਨੂੰ ਕਰੋੜ ਕੇ ਬੋਲਿਆ ਤੇ ਜੋ ਲਾਗੇ ਸਿੰਘ ਖੜੇ ਸਨ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਆਖਿਆ, ਬਾਉਲੀ ਸੱਚ ਜੇ, ਇਸ ਵਿੱਚ ਕੋਈ ਰੜਾ ਨਹੀਂ ਹੈ। ਆਪ ਜੀ ਆਪਣੇ ਮਾਤਾ ਗੁਰਨਾਮ ਕੌਰ ਜੀ ਕੋਲ ਗਏ ਅਤੇ ਕਹਿਣ ਲੱਗੇ, ਮਾਤਾ ਜੀ, ਜਿਸ ਮਨਜੀਤ ਸਿੰਘ ਨੂੰ ਤੁਸੀਂ ਜੰਮਿਆ ਸੀ ਨਾ, ਅੱਜ ਉਹ ਨਹੀਂ ਰਹੇ। ਅੱਜ ਉਹਦੇ ਵਿੱਚ ਕੋਈ ਹੋਰ ਰੂਹ ਆ ਗਈ ਹੈ। ਕੁਝ ਸਮੇਂ ਬਾਅਦ ਕਿਸੇ ਮਾਈ ਦੀ ਗਾਂ ਖੂਹੀ ਵਿੱਚ ਡਿੱਗ ਪਈ। ਜਦੋਂ ਪਿੰਡ ਵਾਲਿਆਂ ਨੇ ਗਾਂ ਨੂੰ ਬਾਹਰ ਕੱਢਿਆ ਤਾਂ ਗਾਂ ਮਰ ਗਈ। ਜਿਸ ਦੀ ਇੱਕੋ ਇੱਕ ਗਾਂ ਹੋਵੇ ਤੇ ਉਹ ਮਰ ਜਾਵੇ, ਉਸ ਨੂੰ ਗਾਂ ਦੀ ਕੀਮਤ ਦਾ ਪਤਾ ਹੁੰਦਾ ਹੈ। ਉਸ ਮਾਈ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹ ਬਾਬਾ ਮਨਜੀਤ ਸਿੰਘ ਜੀ ਕੋਲ ਆਈ ਤੇ ਕਹਿਣ ਲੱਗੀ, ਮੈਂ ਤੁਹਾਨੂੰ ਤਾਂ ਮੰਨਾਂ ਜੇ ਤੁਸੀਂ ਮੇਰੀ ਗਾਂ ਜੀਂਦੀ ਕਰ ਦੇਵੋ। ਬਾਬਾ ਮਨਜੀਤ ਸਿੰਘ ਜੀ ਕਹਿਣ ਲੱਗੇ, ਬਾਉਲੀ ਚੋਂ ਜਲ ਲਿਆਵੋ। ਬਾਉਲੀ ਚੋਂ ਜਲ ਲੈ ਕੇ ਆਂਦਾ। ਮਹਾਂਪੁਰਖਾਂ ਨੇ ਜਲ ਦਾ ਛੱਟਾ ਦਿੱਤਾ ਤੇ ਗਾਂ ਉੱਠ ਕੇ ਖਲੋ ਗਈ। ਸਾਧ ਸੰਗਤ ਜੀ, ਇਹ ਸੀ ਧੰਨ ਧੰਨ ਬਾਬਾ ਜੇਠਾ ਜੀ ਦੀ ਬਾਉਲੀ ਦਾ ਪਹਿਲਾ ਕਰਤੱਵ, ਜਿਹੜਾ ਸਤਿਗੁਰੂ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਨੇ ਜਲ ਚੋਂ